ये इस टाइम हुण किसान ते किसानी दी होंद दी लड़ाई है, अस्तित्व दी लड़ाई है। जे असीं इस टाइम केसां तो मुकदमिਆਂ ਤੋਂ ਡਰਾਂਗੇ ਤੇ ਅਸੀਂ ਵੈਸੇ ਹੀ ਮੁੱਕ ਜਾਣਾ। ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਦਿੱਤਾ ਆ ਵਿਰਸਾ ਉਹ ਚਲਾ ਜਾਏਗਾ। ਤੇ ਇਸ ਕਰਕੇ ਇਹ ਜਿਹੜੇ ਮੁਕਦਮੇ ਨੇ ਇਹ ਬੜੀ ਛੋਟੀ ਚੀਜ਼ ਨੇ। ਜਿਹੜਾ ਇਹਨਾਂ ਦਾ ਘਮੰਡ ਦਾ ਲੈਵਲ ਹੈ ਇਸ ਸਰਕਾਰ ਦੇ, ਉਹ ਮੈਨੂੰ ਲੱਗਦਾ ਕਿ ਉਹਨਾਂ ਦਾ ਲੋਕਤੰਤਰ ਤੇ ਵਿਸ਼ਵਾਸ ਹੀ ਹੈ ਨਹੀਂ। ਕਿਉਂਕਿ ਲੋਕਤਾਂਤਰਿਕ ਵਿਵਸਥਾ ਤੇ ਅਗਰ ਇਹਨਾਂ ਦਾ ਵਿਸ਼ਵਾਸ ਹੋਵੇ। ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫੇਰ ਮੈਂ ਹਰਵਿੰਦਰ ਸਿੰਘ ਚਾਵਲਾ ਸਵਾਗਤ ਕਰਦਾ। ਸੰਗਤ ਜੀ, ਜਿਸ ਤਰ੍ਹਾਂ ਕਿ ਕੱਲ੍ਹ 1 ਮਾਰਚ ਹੈਗੀ ਹੈ ਕਿਸਾਨ ਮਹਾਪੰਚਾਇਤ ਉੱਤਰਾਖੰਡ ਦੇ ਰੁਦਰਪੁਰ ਦੇ ਵਿੱਚ, ਤਿਆਰੀਆਂ ਬਹੁਤ ਜ਼ੋਰੋ ਸ਼ੋਰੋ ਨਾਲ ਹੈਗੀਆਂ। ਉਹਨਾਂ ਸ਼ਖਸੀਅਤਾਂ ਨੇ ਆਪਣੀ ਰੂਬਰੂ ਕਰਵਾਇਆ ਕਿ ਜਿਹੜੇ ਦਿਨ ਰਾਤ ਜਿਨ੍ਹਾਂ ਨੇ ਇੱਕ ਕੀਤਾ ਹੋਇਆ ਇਸ ਮਹਾਪੰਚਾਇਤ ਨੂੰ ਸਫਲ ਕਰਨ ਦੇ ਲਈ। ਸੋ ਸਾਡੇ ਨਾਲ ਜੁੜੇ ਹੋਏ ਨੇ ਸਰਦਾਰ ਜਗਤਾਰ ਸਿੰਘ ਬਾਜਵਾ ਜੀ, ਜਿਹੜੇ ਕਿ ਗਾਜੀਪੁਰ ਬਾਰਡਰ 'ਤੇ ਜਦੋਂ ਦਾ ਬਾਰਡਰ ਲੱਗਿਆ ਉੱਥੇ ਸਾਡੇ ਇੱਥੇ ਦੀ ਸੰਗਤ ਦੀ ਰਹਿਨੁਮਾਈ ਕਰ ਰਹੇ ਨੇ, ਇੱਥੇ ਦੇ ਕਿਸਾਨਾਂ ਦੀ ਰਹਿਨੁਮਾਈ ਕਰ ਰਹੇ ਨੇ। ਸੋ ਇਹਨਾਂ ਦੇ ਉੱਤੇ ਜਿਹੜੀ 26 ਜਨਵਰੀ ਦੀ ਹਿੰਸਾ ਹੋਈ ਹੈ ਉੱਥੇ ਕਈ ਮੁਕੱਦਮੇ ਵੀ ਇਹਨਾਂ 'ਤੇ ਦਰਜ ਕੀਤੇ ਗਏ ਨੇ, ਲੇਕਿਨ ਉਹਦੇ ਬਾਵਜੂਦ ਉਹ ਡਟੇ ਹੋਏ ਨੇ ਉੱਥੇ। ਸੋ ਕੱਲ੍ਹ ਦੀ ਜਿਹੜੀ ਕਿਸਾਨ ਮਹਾਪੰਚਾਇਤ ਹੈਗੀ ਹੈ ਉਹਦੇ ਬਾਰੇ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਕਰਦੇ ਹਾਂ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ। ਬਹੁਤ ਟਾਈਮ ਤੋਂ ਅਸੀਂ ਤੁਹਾਨੂੰ ਦੇਖ ਰਹੇ ਹਾਂ ਕਿ ਤੁਸੀਂ ਡਟੇ ਹੋਏ ਹੋ ਉੱਥੇ ਅਤੇ ਇੱਥੇ ਦੇ ਕਿਸਾਨਾਂ ਦੀ ਆਵਾਜ਼ ਨੂੰ ਬੁਲੰਦ ਕਰ ਰਹੇ ਹੋ, ਅਤੇ ਤੁਹਾਡੇ ਉੱਤੇ ਵੀ ਕੇਸ ਦਰਜ ਹੋਏ ਨੇ, ਕਈ ਸੰਗੀਨ ਧਾਰਾਵਾਂ ਲੱਗੀਆਂ ਨੇ। ਸਭ ਤੋਂ ਪਹਿਲਾ ਮੈਸੇਜ ਕੀ ਹੈ ਤੁਹਾਡਾ? ਸਾਡਾ ਇੱਕ ਹੀ ਮੈਸੇਜ ਹੈ ਜੀ, ਦੇਖੋ ਧਾਰਾਵਾਂ ਲੱਗਣ, ਕੇਸ ਹੋਣ, ਇਹ ਇਸ ਟਾਈਮ ਹੁਣ ਕਿਸਾਨ ਤੇ ਕਿਸਾਨੀ ਦੀ ਹੋਂਦ ਦੀ ਲੜਾਈ ਹੈ, ਅਸਤਿਤਵ ਦੀ ਲੜਾਈ ਹੈ। ਜੇ ਅਸੀਂ ਇਸ ਟਾਈਮ ਕੇਸਾਂ ਤੋਂ ਮੁਕੱਦਮਿਆਂ ਤੋਂ ਡਰਾਂਗੇ ਤੇ ਅਸੀਂ ਵੈਸੇ ਹੀ ਮੁੱਕ ਜਾਣਾ। ਸਾਡੀ ਕਿਸਾਨੀ, ਸਾਡਾ ਜਿਹੜਾ ਲਗਾਵ ਹੈ ਸਾਡੀ ਖੇਤੀ ਨਾਲ, ਅਸੀਂ ਮਜ਼ਦੂਰ ਸਾਨੂੰ ਬਣਾਉਣ ਦੀ ਜਿਹੜੀ ਯੋਜਨਾ ਅਸੀਂ ਉੱਥੇ ਚਲੇ ਜਾਵਾਂਗੇ। ਸਾਡੇ ਬਜ਼ੁਰਗਾਂ ਨੇ ਜੋ ਸਾਨੂੰ ਦਿੱਤਾ ਆ ਵਿਰਸਾ ਉਹ ਚਲਾ ਜਾਏਗਾ। ਤੇ ਇਸ ਕਰਕੇ ਇਹ ਜਿਹੜੇ ਮੁਕੱਦਮੇ ਨੇ ਇਹ ਬੜੀ ਛੋਟੀ ਚੀਜ਼ ਨੇ ਇਸ ਸੰਘਰਸ਼ ਦੇ ਵਿੱਚ। ਇਹ ਤੋਂ ਅੱਗੇ ਵੀ ਕੋਈ ਕੁਰਬਾਨੀਆਂ, ਜੋ ਵੀ ਇਹ ਅੰਦੋਲਨ ਨੂੰ ਆਵਸ਼ਕਤਾ ਹੋਏਗੀ, ਉਦੋਂ ਤੱਕ ਕਿ ਜਦੋਂ ਤੱਕ ਇਹ ਤਾਨਾਸ਼ਾਹ ਸਰਕਾਰ ਆਪਦੇ ਜਿਹੜੇ ਕਾਲੇ ਕਾਨੂੰਨ ਆ ਇਹਨਾਂ ਨੂੰ ਰੱਦ ਨਹੀਂ ਕਰਦੀ ਤੇ MSP ਤੇ ਗਰੰਟੀ ਦਾ ਕਾਨੂੰਨ ਨਹੀਂ ਬਣਦਾ, ਉਦੋਂ ਤੱਕ ਬਿਲਕੁਲ ਸੰਘਰਸ਼ ਜਾਰੀ ਰਹੂਗਾ। ਬਿਲਕੁਲ। ਇੱਕ ਚੀਜ਼ ਹੋਰ ਦੱਸਦਾ ਮੈਂ, ਸੰਯੁਕਤ ਕਿਸਾਨ ਮੋਰਚਾ ਗਾਜੀਪੁਰ ਦੇ ਪ੍ਰਵਕਤਾ ਵੀ ਹੈਗੇ ਨੇ ਸਰਦਾਰ ਜਗਤਾਰ ਸਿੰਘ ਬਾਜਵਾ ਸਾਹਿਬ। ਆਪਾਂ ਪਿਛਲੇ ਦਿਨ ਹੀ ਵੇਖਿਆ ਕਈ TV ਚੈਨਲਾਂ 'ਤੇ ਇਹਨਾਂ ਨੇ ਡਿਬੇਟ ਕੀਤੀ ਹੈ। ਹੋਰ ਆਪਾਂ ਪੁੱਛਾਂਗੇ। ਵੇਖੋ, ਹੁਣ ਸਰਕਾਰ ਨੇ ਤਾਂ 2-2 ਜਵਾਬ ਦਿੱਤਾ ਹੋਇਆ, ਉਹਨਾਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਕਿ ਸਾਨੂੰ ਨਹੀਂ ਲੱਗਦਾ ਕਿ ਜੋ ਪਿਛਲੇ ਦਿਨੀ ਅਸੀਂ ਵੇਖਿਆ ਕਿ ਉਹ ਕਿਸੇ ਵੀ ਮੁੱਦੇ 'ਤੇ ਪਟੜੀ 'ਤੇ ਆ ਰਹੇ ਨੇ। ਤੁਹਾਨੂੰ ਕੀ ਲੱਗਦਾ ਜਿਹੜੀ ਹੁਣ 5 ਸਟੇਟਾਂ 'ਚ ਚੁਣਾਵ ਹੋ ਰਹੇ ਨੇ, ਇਹ ਇੱਧਰ ਧਿਆਨ ਨਾਲ ਦੇਣਾ ਉਹਨਾਂ ਨੂੰ ਮਹਿੰਗਾ ਪਏਗਾ? ਦੇਖੋ ਜੀ, ਵੋਟਾਂ ਦੇ ਹਿਸਾਬ ਨਾਲ ਤਾਂ ਬਿਲਕੁਲ ਮਹਿੰਗਾ ਪਏਗਾ, ਜੇ ਕਿਸਾਨ ਬਰਾਦਰੀ ਮਹਿੰਗਾ ਪਏਗਾ। ਲੇਕਿਨ ਜਿਹੜਾ ਇਹਨਾਂ ਦਾ ਘਮੰਡ ਦਾ ਲੈਵਲ ਹੈ ਇਸ ਸਰਕਾਰ ਦੇ, ਉਹ ਮੈਨੂੰ ਲੱਗਦਾ ਕਿ ਉਹਨਾਂ ਦਾ ਲੋਕਤੰਤਰ ਤੇ ਵਿਸ਼ਵਾਸ ਹੀ ਹੈ ਨਹੀਂ। ਕਿਉਂਕਿ ਲੋਕਤਾਂਤਰਿਕ ਵਿਵਸਥਾ ਤੇ ਅਗਰ ਇਹਨਾਂ ਦਾ ਵਿਸ਼ਵਾਸ ਹੋਵੇ ਤੇ ਦਿੱਲੀ ਦੀਆਂ ਸਰਹੱਦਾਂ 'ਤੇ ਇੰਨੇ ਜ਼ਿਆਦਾ ਕਿਸਾਨ ਮਜ਼ਦੂਰ ਠੰਡਾਂ 'ਚ ਬੈਠੇ ਰਹੇ, ਗਰਮੀਆਂ ਆ ਗਈਆਂ, ਇਹਨਾਂ ਨੇ ਕੋਈ ਧਿਆਨ ਨਹੀਂ ਦਿੱਤਾ। ਤੇ ਮੈਨੂੰ ਲੱਗਦਾ ਆ ਕਿ ਜਿਹੜੀ ਗੱਲ ਪਹਿਲਾਂ ਤਾਂ ਅਸੀਂ ਵੈਸੇ ਚਰਚਾ 'ਚ ਰੱਖੀ ਆਉਂਦੀ ਸੀਗੀ ਕਿ ਸ਼ਾਇਦ EVM, ਮੈਨੂੰ ਲੱਗਦਾ ਕਿ ਕੋਈ ਨਾ ਕੋਈ ਮਾਮਲਾ ਇਹਨਾਂ ਦਾ ਇਹੋ ਜਿਹਾ ਹੈਗਾ, ਮਤਲਬ EVM 'ਤੇ ਪੂਰਾ ਭਰੋਸਾ ਹੈ। ਹਾਂ, ਕਿ ਇਹਨਾਂ ਨੂੰ ਲੋਕਤੰਤਰ ਤੇ ਨਹੀਂ, EVM 'ਤੇ ਜ਼ਿਆਦਾ ਭਰੋਸਾ ਇੱਦਾਂ ਦਾ ਲੱਗਦਾ ਹੈ ਸਾਨੂੰ ਹੁਣ ਇਹ ਮਾਹੌਲ ਤੋਂ। ਇੱਕ ਚੀਜ਼ ਹੋਰ ਦੱਸੋ, ਹੁਣ ਤੁਹਾਨੂੰ ਕੀ ਲੱਗਦਾ ਦਾ ਹੱਲ ਕੀ ਹੋਏਗਾ? ਕੋਈ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਹੋ ਰਹੀ, ਉਹਨਾਂ ਨੇ ਜਿਹੜਾ 1.5 ਸਾਲ ਦਾ ਆਫਰ ਦਿੱਤਾ ਸੀ ਕਿਸਾਨਾਂ ਨੇ ਉਹ ਠੁਕਰਾਇਆ ਹੋਇਆ, ਤੇ ਕਿਸਾਨ ਵੀ ਡਟੇ ਹੋਏ ਨੇ, ਥਾਂ ਥਾਂ 'ਤੇ ਮਹਾਪੰਚਾਇਤਾਂ ਹੋ ਰਹੀਆਂ ਨੇ। ਕੀ ਤੁਹਾਨੂੰ ਕੀ ਲੱਗਦਾ ਇਹਦਾ ਮੁਕਾਮ ਕੀ ਨਿਕਲੇਗਾ? ਦੇਖੋ ਜੀ, ਇੱਕ ਹੀ ਮੁਕਾਮ ਨਿਕਲੇਗਾ। ਇਹ ਕਾਨੂੰਨ ਰੱਦ ਹੋਣਗੇ, ਨਿਸ਼ਚਿਤ ਹੋਣਗੇ, ਤੇ MSP ਦੀ ਗਰੰਟੀ ਦਾ ਕਾਨੂੰਨ ਬਣੇਗਾ। ਕਿਉਂ ਕਿ ਇਹ ਕੋਈ ਇਹੋ ਜਿਹੀ ਮੰਗ ਨਹੀਂ ਹੈ ਕਿ ਤੁਸੀਂ ਜਿਹੜੇ ਕਾਨੂੰਨ ਬਣਾਏ 3, ਉਹਨਾਂ ਦੇ ਵਿੱਚ ਇੱਕ ਵੀ ਕਿਸਾਨ ਜਥੇਬੰਦੀ ਹਿੰਦੁਸਤਾਨ ਦੀ ਨਹੀਂ ਸ਼ਾਮਲ ਹੋਈ। ਮਤਲਬ ਇੱਕ ਵੀ ਜਥੇਬੰਦੀ ਤੋਂ ਇਹਨਾਂ ਨੇ ਇੱਕ ਵੀ ਸੁਝਾਅ ਨਹੀਂ ਲਿਆ ਗਿਆ। ਤੁਹਾਨੂੰ ਕੀ ਲੱਗਦਾ ਇਹਨਾਂ ਦੀ ਮਨਸ਼ਾ ਕੀ ਜਾਪਦੀ ਸੀ? ਇਹਨਾਂ ਦੀ ਮਨਸ਼ਾ ਹੈ ਕਿ ਸਾਡਾ ਜਿਹੜਾ ਕਿੱਤਾ ਆ, ਸਾਡੀ ਕਿਸਾਨੀ ਹੈ, ਉਹਨੂੰ ਇਹ ਗਿਰਵੀ ਰੱਖਣਾ ਚਾਹੁੰਦੇ ਆ ਵੱਡੀਆਂ ਕੰਪਨੀਆਂ ਕੋਲ। ਜਿੱਦਾਂ ਅੱਜ ਇਹ ਕਹਿ ਪੱਲਾ ਝਾੜ ਲੈਂਦੇ ਆ ਕਿ ਸਾਹਿਬ ਤੇਲ ਤੇ ਸਾਡੇ ਵੱਸ 'ਚ ਨਹੀਂ, ਉਹ ਤੇ ਕੰਪਨੀਆਂ ਜਾਣਨ, ਇਸ ਕਰਕੇ ਵਧੀ ਜਾਂਦਾ। ਕੱਲ੍ਹ ਨੂੰ ਸਾਡੀ ਖੇਤੀ ਕਿਸਾਨੀ, ਸਾਡੀ ਫਸਲ ਉਹਨਾਂ ਦੇ ਸਟੋਰਾਂ 'ਚ ਪਹੁੰਚ ਜਾਏਗੀ, ਉਹ ਜਿਹੜਾ ਮਰਜ਼ੀ ਰੇਟ ਲਾਉਣਗੇ, ਬਸ ਇਹ ਕਹਿ ਦਿਆ ਕਰਨਗੇ ਸਾਹਿਬ ਸਾਡਾ ਕੀ ਮਤਲਬ ਇਹਦੇ ਜੀ, ਕੰਪਨੀਆਂ ਜਾਣਨ। ਤੇ ਇਸ ਕਰਕੇ ਇਹ ਜਿਹੜੀ ਸਰਕਾਰ ਹੈ ਪੂਰੀ ਤਰ੍ਹਾਂ ਪੂੰਜੀਪਤੀ ਕੰਪਨੀਆਂ ਦੀ ਗੁਲਾਮ ਹੋ ਚੁੱਕੀ ਹੈ। ਤੇ ਸਾਡਾ ਫਰਜ਼ ਬਣਦਾ ਸਾਡੀ ਸਰਕਾਰ ਨੂੰ ਪੂੰਜੀਪਤੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਾਉਣਾ। ਸਾਰੇ ਨੌਜਵਾਨਾਂ ਨੂੰ ਮੇਰੀ ਅਪੀਲ ਹੈ ਕਿ ਇੱਕ ਅਹਿਸਾਨ ਸੀ ਸਾਡੇ 'ਤੇ ਸਰਕਾਰਾਂ ਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਉਸ ਤੋਂ ਬਾਅਦ 'ਚ ਬੰਧੂਆ ਮਜ਼ਦੂਰੀ ਜਿਹੜੀ ਸੀ ਨਾ, ਉਹ ਬਹੁਤ ਜ਼ਿਆਦਾ ਇੱਕ ਸਮੱਸਿਆ ਸੀ। ਤੇ ਬੰਧੂਆ ਮਜ਼ਦੂਰੀ ਤੋਂ ਮੁਕਤ ਕਰਾਉਣ ਲਈ ਸਰਕਾਰਾਂ ਨੇ ਪ੍ਰੋਗਰਾਮ ਚਲਾਏ
ਤੇ ਬਹੁਤ ਸਾਰੇ ਪ੍ਰੋਗਰਾਮ ਸਫਲ ਹੋਏ ਤੇ ਬੰਧੂਆ ਮਜ਼ਦੂਰੀ ਤੋਂ ਕਾਫੀ ਹੱਦ ਤੱਕ ਅਸੀਂ ਮੁਕਤ ਹੋ ਗਏ। ਅੱਜ ਸਮਾਂ ਇਦਾਂ ਦਾ ਬਦਲਿਆ ਕਿ ਸਾਡੀ ਸਰਕਾਰ ਬੰਧੂਆ ਹੋ ਗਈ ਪੂੰਜੀਪਤੀਆਂ ਦੀ, ਵੱਡੀਆਂ ਕੰਪਨੀਆਂ ਦੀ, ਤੇ ਅਸੀਂ ਸਰਕਾਰ ਨੂੰ ਮੁਕਤ ਕਰਾਵਾਂਗੇ। ਸਾਡਾ ਸੰਕਲਪ ਹੈ ਦੇਸ਼ ਦੇ ਨੌਜਵਾਨਾਂ ਦਾ, ਦੇਸ਼ ਦੇ ਕਿਸਾਨਾਂ ਦਾ, ਮਜ਼ਦੂਰਾਂ ਦਾ, ਕਿ ਅਸੀਂ ਆਪ ਦਾ ਅਹਿਸਾਨ ਜ਼ਰੂਰ ਲਾਵਾਂਗੇ, ਸਰਕਾਰ ਨੂੰ ਉਹਨਾਂ ਤੋਂ ਮੁਕਤ ਕਰਾਵਾਂਗੇ। ਇਹ ਚਾਹੁੰਦੇ ਆ ਬਿੱਲ ਵਾਪਸ ਲੈਣਾ। ਜਾਂਦੇ ਜਾਂਦੇ ਕੱਲ ਦੇ ਮਾਂ ਪੰਚਾਇਤ ਦੇ ਲਈ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਦਰਸ਼ਕ ਜਿਹੜੇ ਸੁਣਦੇ? ਬਸ ਇਹੀ ਮੈਸੇਜ ਹੈ ਜੀ, ਵੱਧ ਚੜ੍ਹ ਕੇ ਆਓ, ਆਪਣੀ ਹੋਂਦ ਨੂੰ ਜਿੰਦਾ ਰੱਖਣ ਲਈ, ਆਪਣੇ ਅਸਤਿਤਵ ਨੂੰ ਜਿੰਦਾ ਰੱਖਣ ਲਈ, ਆਪਣਾ ਏਕਾ ਦਿਖਾਉਣ ਲਈ ਆਪਾਂ ਮਜ਼ਦੂਰ ਕਿਸਾਨ ਵੀਰ ਸਾਰੇ ਕੱਲ ਮਹਾਂ ਪੰਚਾਇਤ 'ਚ ਹੁਮ ਹੁਮਾ ਕੇ ਪਹੁੰਚੀਏ, ਜਿਹਦੇ ਨਾਲ ਕਿ ਸਰਕਾਰ ਨੂੰ ਇਹ ਸਮਝ ਆ ਸਕੇ ਕਿ ਕਿਸਾਨ ਮਜ਼ਦੂਰ ਇਹੀ ਦੇਸ਼ ਦੇ ਨਿਰਮਾਤਾ ਨੇ, ਇਹੀ ਦੇਸ਼ ਦੀ ਸਰਕਾਰ ਨੂੰ ਬਣਾਉਣ ਵਾਲੇ ਨੇ, ਇਹੀ ਭਾਗਯ ਵਿਧਾਤਾ ਨੇ, ਤੇ ਸਾਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ। ਸੋ ਸੰਗਤ ਜੀ, ਇਹ ਸਨ ਸਾਡੇ ਨਾਲ ਜੁੜੇ ਹੋਏ ਸਰਦਾਰ ਜਗਤਾਰ ਸਿੰਘ ਬਾਜਵਾ ਜੀ, ਜਿਹੜੇ ਕਿ ਗਾਜੀਪੁਰ ਬਾਰਡਰ ਦੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰਵਕਤਾ ਨੇ, ਤੇ ਬਹੁਤ ਹੀ ਸੰਗੀਤ ਧਾਰਾਵਾਂ ਦੇ ਇਹਨਾਂ ਦੇ ਖਿਲਾਫ ਮੁਕੱਦਮੇ ਵੀ ਦਰਜ ਹੋਏ ਨੇ, ਸਾਰੇ ਝੇਲ ਰਹੇ ਨੇ। ਕੱਲ੍ਹ ਦੀ ਜਿਹੜੀ ਕਿਸਾਨ ਮਾਂ ਪੰਚਾਇਤ ਉਹਦੇ ਲਈ ਉਚੇਚੇ ਤੌਰ ਤੇ ਇਸ ਖੇਤਰ ਦੇ ਵਿੱਚ ਗਾਜੀਪੁਰ ਤੋਂ ਬਾਰਡਰ ਤੋਂ ਆ ਕੇ ਉਹਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ। ਸੋ ਧੰਨਵਾਦ ਕਰਦੇ ਹਾਂ। ਕੱਲ੍ਹ ਦੀ ਸਾਰੀ ਕਿਸਾਨ ਮਾਂ ਪੰਚਾਇਤ ਜਿਹੜੀ ਅਪਡੇਟ ਹੋਏਗੀ, ਸਾਰੇ ਅਸੀਂ ਇਸ ਪਲੇਟਫਾਰਮ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀ ਕਰਾਂਗੇ। ਜਾਂਦੇ ਜਾਂਦੇ ਭਾਜੀ ਕੁਝ ਹੋਰ ਕਹਿਣਾ ਚਾਹੋ? ਬਸ ਜੀ ਇਹੀ ਹੈ ਜੀ, ਸਾਰੇ ਆਓ ਮੇਰੇ ਨੌਜਵਾਨ ਵੀਰ, ਕਿਸਾਨ ਪੁੱਤਰ, ਮਜ਼ਦੂਰ, ਜਿਹੜੇ ਵਾਸਤਵ 'ਚ ਜਿਨ੍ਹਾਂ ਦੇ ਖੂਨ 'ਚ ਅਗਰ ਜਰਾ ਵੀ ਗਰਮੀ ਹੈ, ਜਿਹੜੇ ਆਪਣੇ ਆਪ ਨੂੰ ਜੀਂਦਾ ਮਹਿਸੂਸ ਕਰਦੇ ਆ, ਤੇ ਜਿਹੜੇ ਰੋਟੀ ਖਾਂਦੇ ਆ ਕਿਸਾਨ ਦੀ ਉਪਜਾਈ ਹੋਈ, ਉਹ ਕੱਲ ਜ਼ਰੂਰ ਆਉਣ। ਬਸ ਇਹੀ ਮੇਰੀ ਸੋ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।